ਜੇ ਆਪਣੀ ਦੋਨਾਂ ਧਿਰਾਂ ਦੀ ਸਹਿਮਤੀ ਨਹੀਂ ਹੋ ਰਹੀ ਤੇ ਸਰਕਾਰ ਨੂੰ ਥੋੜਾ ਜਿਹਾ ਫਿਰ ਵਿਚਾਰ ਕਰਨ ਦੇ ਲਈ ਸਮਾਂ ਚਾਹੀਦਾ। ਸਰਕਾਰ ਨੇ 1 ਦਿਨ ਦਾ ਸਮਾਂ ਮੰਗਿਆ ਸੀ ਤੇ ਸਰਕਾਰ ਦੇ ਮੰਤਰੀਆਂ ਦੇ ਅਨੁਸਾਰ 7 ਦਸੰਬਰ ਨੂੰ ਅਗਲੀ ਬੈਠਕ ਰੱਖੀ ਜਾ ਰਹੀ ਸੀ, ਪਰ ਫਿਰ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ ਆਖਿਆ ਕਿ ਨਹੀਂ, ਇਦਾਂ ਨਹੀਂ, ਬਾਰ-ਬਾਰ ਮੀਟਿੰਗ ਅਸੀਂ ਹੁਣ ਨਹੀਂ ਕਰਨ ਆਉਣਾ। ਹੁਣ ਜਿਹੜੀ ਅਗਲੀ ਮੀਟਿੰਗ ਹੋਊਗੀ ਉਹਦੇ ਤੇ ਗੱਲ ਇੱਕੋ ਹੋਣੀ ਚਾਹੀਦੀ ਹੈ, ਜਾਂ ਸਰਕਾਰ ਹਾਂ ਕਰੇ ਜਾਂ ਫਿਰ ਸਰਕਾਰ ਨਾ ਕਰੇ। ਸੋ ਇਸ ਕਰਕੇ ਫਿਰ 8 ਤਰੀਕ ਤੇ ਗੱਲ ਪਹੁੰਚੀ ਤੇ ਕਿਸਾਨਾਂ ਨੇ ਕਿਹਾ ਕਿ 8 ਤਰੀਕ ਨੂੰ ਸਾਡੀ ਭਾਰਤ ਬੰਦ ਦੀ ਕਾਲ ਹੈ ਤੇ ਅਸੀਂ ਭਾਰਤ ਬੰਦ ਦੇ ਅੰਦੋਲਨ ਦੇ ਵਿੱਚ ਲੱਗਣਾ। ਤੇ ਇਸੇ ਕਰਕੇ ਹੁਣ 9 ਦਸੰਬਰ ਨੂੰ ਹੈ ਜੀ ਜਿਹੜੀ ਉਹ ਅਗਲੀ ਮੀਟਿੰਗ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ ਜਾਂ ਫਿਰ ਕਹਿ ਲਈਏ ਕਿ ਕੇਂਦਰ ਸਰਕਾਰ ਜਾਂ ਭਾਰਤ ਸਰਕਾਰ ਦੇ ਨਾਲ ਤੈਅ ਹੋਈ ਹੈ। ਤੇ ਇੱਕ ਵਾਰ ਫਿਰ ਤੋਂ ਪੁਰਾਣੀਆਂ ਮੀਟਿੰਗਾਂ ਦੀ ਤਰ੍ਹਾਂ ਹੀ ਕੇਂਦਰੀ ਜਿਹੜੇ ਮੰਤਰੀ ਨੇ ਤੇ ਉਹਨਾਂ ਨੇ ਆਪਣੀ ਉਹੀ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ, ਉਹੀ ਸਮਝਾਉਣਾ ਬਾਰ-ਬਾਰ ਸ਼ੁਰੂ ਕਰ ਦਿੱਤਾ ਕਿ ਨਹੀਂ ਜੀ, ਇਹ ਕਾਨੂੰਨ ਤਾਂ ਤੁਹਾਨੂੰ ਦੇਖ ਕੇ ਹੀ ਬਣਾਏ ਗਏ ਨੇ, ਤੁਹਾਡੀ ਸਹੂਲਤ ਨੂੰ, ਤੁਹਾਡੀ ਇਨਕਮ ਵਧੇਗੀ। ਪਰ ਇਸ ਦੌਰਾਨ ਜਦੋਂ ਕੇਂਦਰੀ ਮੰਤਰੀ ਚੁੱਪ ਹੀ ਨਾ ਹੋਏ ਤੇ ਕਿਸਾਨਾਂ ਨੇ ਇੱਕ ਬੜਾ ਵਧੀਆ ਇੱਕ ਹੋਰ ਉਦਾਹਰਨ ਦਿੱਤੀ ਮੌਨ ਰਹਿ ਕੇ। ਦੱਸਿਆ ਜਾ ਰਿਹਾ ਕਿ ਜਾਣਕਾਰੀ ਇਹ ਹੈ ਕਿ 1 ਘੰਟੇ ਤੱਕ ਜਿਹੜੇ ਕਿਸਾਨ 1 ਘੰਟੇ ਦੇ ਕਰੀਬ ਸਮਾਂ ਹੋ ਚੁੱਕਿਆ ਸੀ, ਸਾਰੇ ਕਿਸਾਨ ਆਗੂ ਬਿਲਕੁਲ ਮੌਨ ਰਹੇ ਸੀ ਕਿਉਂਕਿ ਮੰਤਰੀ ਬੋਲ ਰਹੇ ਸੀ। ਤੇ ਫਿਰ ਜਦੋਂ ਕਿਸਾਨ ਮੌਨ ਰਹੇ ਤੇ ਉਸ ਮੌਨ ਦੇ ਕਿਸਾਨਾਂ ਦੇ ਮੌਨ ਦੇ ਵਿੱਚ ਹੀ ਇੰਨੀ ਸ਼ਕਤੀ ਸੀ, ਇੰਨਾ ਵਿਰੋਧ ਕੇਂਦਰੀ ਮੰਤਰੀਆਂ ਨੂੰ ਨਜ਼ਰ ਆਇਆ ਕਿ ਇੱਕ ਕਰਕੇ ਕੇਂਦਰੀ ਮੰਤਰੀ ਮੀਟਿੰਗ ਤੋਂ ਬਾਹਰ ਗਏ। ਜੋ ਉਹਨਾਂ ਦੇ ਕੋਲ ਪੇਜ ਪਏ ਸੀ ਜਾਂ ਕੋਈ ਫਾਈਲਾਂ ਪਈਆਂ ਸੀ, ਉਹਦੇ ਤੇ 2 ਅੱਖਰ ਲਿਖ ਲਏ ਕਿਸਾਨਾਂ ਨੇ। ਇੱਕ ਲਿਖਿਆ ਸੀ ਯੈਸ ਤੇ ਇੱਕ ਲਿਖਿਆ ਸੀ ਨੋ, ਯਾਨੀ ਕਿ ਯੈਸ ਔਰ ਨੋ। ਤੇ ਕਿਸਾਨਾਂ ਦਾ ਸਾਫ਼ ਸੰਕੇਤ ਕਿਸਾਨਾਂ ਨੇ ਦੇ ਦਿੱਤਾ ਉੱਥੇ ਹੀ ਬੈਠ ਕੇ ਮੀਟਿੰਗ ਦੇ ਵਿੱਚ ਕਿ ਅਸੀਂ ਕੋਈ ਭਾਸ਼ਣ ਸੁਣਨ ਨਹੀਂ ਆਏ, ਅਸੀਂ ਕੋਈ ਕਲਾਸ ਲਾਉਣ ਨਹੀਂ ਆਏ। ਜਿਹੜੇ ਖੇਤੀਬਾੜੀ ਕਾਨੂੰਨਾਂ ਦੀ ਤੁਸੀਂ ਹੁਣ ਸਾਨੂੰ ਬਾਰ-ਬਾਰ ਜਾਣਕਾਰੀ ਦੇ ਰਹੇ ਹੋ, ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਇਹਨਾਂ ਦੀ ਅਸੀਂ ਕਰ ਚੁੱਕੇ ਹਾਂ, ਸਮਝ ਚੁੱਕੇ ਹਾਂ। ਜੇ ਸਮਝ ਚੁੱਕੇ ਹਾਂ ਤਾਂ ਹੀ ਅੱਜ ਕਿਸਾਨਾਂ ਦਾ ਅੰਦੋਲਨ ਇੱਥੇ ਤੱਕ ਪਹੁੰਚਿਆ। ਜੇ ਨਾ ਸਮਝੇ ਹੁੰਦੇ ਫਿਰ ਸ਼ਾਇਦ ਕਿਸਾਨਾਂ ਦਾ ਇਹ ਅੰਦੋਲਨ ਵੀ ਨਹੀਂ ਹੋਣਾ ਸੀ। ਸਤਿ ਸ਼੍ਰੀ ਅਕਾਲ ਜੀ। ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਟੀਵੀ ਦੇਖ ਰਹੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਬੈਠੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਦੇ ਵਿੱਚ। ਤੇ ਮੈਂ ਰਾਓ ਵਰਿੰਦਰ ਸਿੰਘ ਬੈਨੀਪਾਲ ਇੱਕ ਵਾਰ ਫਿਰ ਤੋਂ ਆਪ ਜੀ ਦੇ ਅੱਗੇ ਹਾਜ਼ਰ ਹਾਂ ਜੀ ਪ੍ਰੋਗਰਾਮ ਗਲੋਬਲ ਗੱਲਬਾਤ ਲੈ ਕੇ। ਸੋ ਸਾਡੇ ਇਸ ਪ੍ਰੋਗਰਾਮ ਨੂੰ ਇਸ ਵੇਲੇ ਤੁਸੀਂ ਅਮਰੀਕਾ ਦੇ ਵਿੱਚ ਗਲੋਬਲ ਪੰਜਾਬ ਟੀਵੀ ਤੇ ਲਾਈਵ ਦੇਖ ਰਹੇ ਹੋ ਜੀ। ਇਸ ਦੇ ਨਾਲ ਫੇਸਬੁੱਕ ਦੇ ਸਾਡੇ ਗਲੋਬਲ ਪੰਜਾਬ ਟੀਵੀ ਦੇ ਪੇਜ ਉੱਪਰ ਵੀ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਇਸ ਵੇਲੇ ਲਾਈਵ ਦੇਖ ਰਹੇ ਹੋ। ਤੇ ਫੇਸਬੁੱਕ ਦੇ ਉੱਪਰ ਲਾਈਵ ਦੇਖਣ ਦੇ ਨਾਲ ਤੁਸੀਂ ਸਾਨੂੰ ਆਪਣੇ ਸੁਝਾਅ ਤੇ ਕਮੈਂਟਾਂ ਦੇ ਰਾਹੀਂ ਸੁਝਾਅ ਤੇ ਸਵਾਲ ਸਾਡੇ ਤੱਕ ਪਹੁੰਚਾ ਸਕਦੇ ਹੋ। ਤੇ ਇਸ ਦੇ ਨਾਲ ਹੀ ਜਿਹੜੇ ਦਰਸ਼ਕ ਸਾਨੂੰ ਕਾਲ ਕਰਕੇ ਆਪਣੀ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਆ ਸਾਡੇ ਦਰਸ਼ਕਾਂ ਦੇ ਨਾਲ, ਤੇ ਉਹ ਸਾਨੂੰ ਕਾਲ ਵੀ ਕਰ ਸਕਦੇ ਆ ਜੀ। ਸਾਡੀਆਂ ਦੋਨੋਂ ਫੋਨ ਲਾਈਨਾਂ ਖੁੱਲੀਆਂ ਨੇ ਹੁਣ ਤੋਂ। ਤੇ ਭਾਰਤ ਦੇ ਜਿਹੜੇ ਦਰਸ਼ਕ ਨੇ ਉਹ ਸਾਨੂੰ ਕਾਲ ਕਰ ਸਕਦੇ ਜੀ। ਸਾਡੇ ਪਟਿਆਲਾ ਸਟੂਡੀਓ ਦਾ ਨੰਬਰ 0175 5000 ਪੂਰਾ 156। ਤੇ ਜਿਹੜੇ ਦਰਸ਼ਕ ਭਾਰਤ ਤੋਂ ਬਾਹਰ ਹੋਰ ਕਿਸੇ ਵੀ ਦੇਸ਼ ਤੋਂ ਬੈਠ ਕੇ ਸਾਨੂੰ ਕਾਲ ਕਰਨੀ ਚਾਹ ਰਹੇ ਨੇ ਜੀ, ਉਹਨਾਂ ਦੇ ਲਈ ਨੰਬਰ ਹੈ ਜੀ 888 923 2656। ਸੋ ਇਹਨਾਂ ਦੋਨਾਂ ਨੰਬਰਾਂ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਕਿਸਾਨੀ ਸੰਘਰਸ਼ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜਾਂ ਫਿਰ ਕਿਸਾਨਾਂ ਤੱਕ ਆਪਣਾ ਕੋਈ ਸੁਨੇਹਾ ਤੁਹਾਡਾ ਹੋਵੇ ਉਹ ਵੀ ਤੁਸੀਂ ਪਹੁੰਚਾ ਸਕਦੇ ਹੋ ਗਲੋਬਲ ਪੰਜਾਬ ਟੀਵੀ ਤੇ ਚੈਨਲ ਪੰਜਾਬੀ ਟੀਵੀ ਦੇ ਮਾਧਿਅਮ ਦੇ ਰਾਹੀਂ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਹੁਣ ਦੀ ਇਸ ਵੇਲੇ ਦੀ ਜੇਕਰ ਗੱਲ ਕਰੀਏ ਤਾਂ ਸਭ ਤੋਂ ਵੱਡੀ ਖਬਰ ਇਹੀ ਹੈ, ਇਸੇ ਤੇ ਹੀ ਅਸੀਂ ਚਰਚਾ ਕਰਾਂਗੇ ਅੱਜ, ਕਿ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਅੱਜ 5ਵੀਂ ਬੈਠਕ ਹੋਈ ਸੀ ਤੇ ਕਈ ਘੰਟੇ ਬੈਠਕ ਚੱਲਣ ਤੋਂ ਬਾਅਦ ਤੇ ਇਹ ਬੈਠਕ ਵੀ ਬਾਕੀ ਦੀਆਂ ਪਹਿਲੀਆਂ 4 ਬੈਠਕਾਂ ਦੀ ਤਰ੍ਹਾਂ ਬੇਸਿੱਟਾ ਹੀ ਰਹੀ ਹੈ। ਹਾਲਾਂਕਿ ਕਾਫੀ ਗੱਲਾਂ ਬਾਤਾਂ ਹੋਈਆਂ ਨੇ ਇਸ ਬੈਠਕ ਦੇ ਵਿੱਚ। 5ਵੇਂ ਗੇੜ ਦੀ ਜਿਹੜੀ ਇਹ ਮੁਲਾਕਾਤ ਸੀ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦੇ ਵਿਚਕਾਰ, ਕਾਫੀ ਕੁਝ ਹੋਇਆ। ਇੱਕ ਗੱਲ ਤੇ ਅਸੀਂ ਚਰਚਾ ਕਰਾਂਗੇ ਤੇ ਨਾਲ ਕਿਸਾਨ ਆਗੂਆਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਦਰਸ਼ਕਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਅਸੀਂ ਅੱਜ ਸਾਂਝੇ ਗਲੋਬਲ ਗੱਲਬਾਤ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਜੀ। ਸੋ ਇਸ ਵੇਲੇ ਜੇਕਰ ਦੇਖਿਆ ਜਾਵੇ ਤਾਂ ਕਿਸਾਨ ਦਿੱਲੀ ਦੇ ਵਿਗਿਆਨ ਭਵਨ ਤੋਂ ਆਪਣੀ ਬੱਸ ਦੇ ਵਿੱਚ ਸਵਾਰ ਹੋ ਕੇ ਵਾਪਸ ਆਪਣੇ ਜੇ ਕਹਿ ਲਈਏ ਕਿ ਧਰਨਿਆਂ ਵਾਲੇ ਮੋਰਚਿਆਂ ਤੇ ਪਹੁੰਚ ਰਹੇ ਨੇ। ਜਿਹੜੇ ਸਿੰਘੂ ਬਾਰਡਰ ਤੋਂ ਕਿਸਾਨ ਗਏ ਸੀ ਉਹ ਸਿੰਘੂ ਬਾਰਡਰ ਤੇ ਪਹੁੰਚ ਰਹੀ ਹੈ ਉਹਨਾਂ ਦੀ ਬੱਸ, ਤੇ ਜਿਹੜੇ ਟਿਕਰੀ ਬਾਰਡਰ ਦੇ
ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਗਏ ਸੀ ਤੇ ਉਹ ਟਿੱਕਰੀ ਬਾਰਡਰ ਪਹੁੰਚ ਰਹੇ ਨੇ। ਤੇ ਇਸ ਵੇਲੇ ਦੀ ਅੱਜ ਦੀ ਜੇਕਰ ਗੱਲ ਕਹੀਏ ਤਾਂ ਇਹ ਬੈਠਕ ਵੀ ਬੇਸਿੱਟਾ ਰਹੀ ਹੈ। ਸੋ ਪਹਿਲਾਂ ਵੀ ਕੋਈ ਉਮੀਦ ਬਾਹਲੀ ਨਹੀਂ ਲਗਾਈ ਜਾ ਰਹੀ ਸੀ ਕਿ ਕੋਈ ਹੱਲ ਨਿਕਲੇਗਾ, ਪਰ ਇਹਦੇ ਵਿੱਚ ਦੋ ਗੱਲਾਂ ਬਹੁਤ ਇੰਟਰਸਟਿੰਗ ਹੋਈਆਂ ਨੇ ਜਿਹੜੀਆਂ ਕਿ ਪਹਿਲੀਆਂ ਮੀਟਿੰਗਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲੀਆਂ। ਉਹ ਗੱਲਾਂ ਕਿਹੜੀਆਂ ਨੇ ਉਹ ਵੀ ਅਸੀਂ ਦੱਸ ਦਿੰਦੇ ਹਾਂ। ਤੇ ਇੱਕ ਵਾਰ ਫਿਰ ਤੋਂ ਪੁਰਾਣੀਆਂ ਮੀਟਿੰਗਾਂ ਦੀ ਤਰ੍ਹਾਂ ਹੀ ਕੇਂਦਰੀ ਜਿਹੜੇ ਮੰਤਰੀ ਨੇ ਤੇ ਉਹਨਾਂ ਨੇ ਆਪਣੀ ਉਹੀ ਕਲਾਸ ਲਗਾਉਣੀ ਸ਼ੁਰੂ ਕਰ ਦਿੱਤੀ, ਉਹੀ ਸਮਝਾਉਣਾ ਬਾਰ-ਬਾਰ ਸ਼ੁਰੂ ਕਰ ਦਿੱਤਾ ਕਿ ਨਹੀਂ ਜੀ ਇਹ ਕਾਨੂੰਨ ਤਾਂ ਤੁਹਾਨੂੰ ਦੇਖ ਕੇ ਹੀ ਬਣਾਏ ਗਏ ਨੇ, ਤੁਹਾਡੀ ਸਹੂਲਤ ਨੂੰ, ਤੁਹਾਡੀ ਇਨਕਮ ਵਧੇਗੀ, ਮਤਲਬ ਫਲਾਣਾ ਧਮਕਾ ਜੋ ਵੀ ਕੇਂਦਰੀ ਮੰਤਰੀ ਕਹਿ ਸਕਦੇ ਸੀ ਉਹ ਕਹਿੰਦੇ ਰਹੇ। ਪਰ ਇਸ ਦੌਰਾਨ ਜਦੋਂ ਕੇਂਦਰੀ ਮੰਤਰੀ ਚੁੱਪ ਹੀ ਨਾ ਹੋਏ ਤੇ ਕਿਸਾਨਾਂ ਨੇ ਇੱਕ ਬੜਾ ਵਧੀਆ ਇੱਕ ਹੋਰ ਉਦਾਹਰਨ ਦਿੱਤੀ ਮੌਨ ਰਹਿ ਕੇ। ਦੱਸਿਆ ਜਾ ਰਿਹਾ ਕਿ ਜਾਣਕਾਰੀ ਇਹ ਹੈ ਕਿ 1 ਘੰਟੇ ਤੱਕ ਜਿਹੜੇ ਕਿਸਾਨ 1 ਘੰਟੇ ਦੇ ਕਰੀਬ ਸਮਾਂ ਹੋ ਚੁੱਕਿਆ ਸੀ, ਸਾਰੇ ਕਿਸਾਨ ਆਗੂ ਬਿਲਕੁਲ ਮੌਨ ਰਹੇ ਸੀ ਕਿਉਂਕਿ ਮੰਤਰੀ ਬੋਲ ਰਹੇ ਸੀ। ਤੇ ਫਿਰ ਜਦੋਂ ਕਿਸਾਨ ਮੌਨ ਰਹੇ ਤੇ ਉਸ ਮੌਨ ਦੇ ਕਿਸਾਨਾਂ ਦੇ ਮੌਨ ਦੇ ਵਿੱਚ ਹੀ ਇੰਨੀ ਸ਼ਕਤੀ ਸੀ, ਇੰਨਾ ਵਿਰੋਧ ਕੇਂਦਰੀ ਮੰਤਰੀਆਂ ਨੂੰ ਨਜ਼ਰ ਆਇਆ ਕਿ ਇੱਕ ਇੱਕ ਕਰਕੇ ਕੇਂਦਰੀ ਮੰਤਰੀ ਮੀਟਿੰਗ ਤੋਂ ਬਾਹਰ ਗਏ ਤੇ ਬਾਹਰ ਜਾ ਕੇ ਹੋ ਸਕਦਾ ਕਿ ਉਹਨਾਂ ਨੇ ਕਿਸੇ ਦੇ ਨਾਲ ਫੋਨ ਤੇ ਗੱਲਬਾਤ ਕੀਤੀ ਹੋਵੇ, ਕੋਈ ਸਲਾਹ ਮਸ਼ਵਰਾ ਕੀਤਾ ਹੋਵੇ ਤੇ ਫਿਰ ਵਾਪਸ ਆਏ। ਤੇ ਇਸੇ ਦੌਰਾਨ ਕਿਸਾਨਾਂ ਨੇ ਜੋ ਉਹਨਾਂ ਦੇ ਕੋਲ ਪੇਜ ਪਏ ਸੀ ਜਾਂ ਕੋਈ ਫਾਈਲਾਂ ਪਈਆਂ ਸੀ ਉਹਦੇ ਤੇ 2 ਅੱਖਰ ਲਿਖ ਲਏ ਕਿਸਾਨਾਂ ਨੇ। ਇੱਕ ਲਿਖਿਆ ਸੀ ਯੈਸ ਤੇ ਇੱਕ ਲਿਖਿਆ ਸੀ ਨੋ, ਯਾਨੀ ਕਿ ਯੈਸ ਔਰ ਨੋ। ਤੇ ਕਿਸਾਨਾਂ ਦਾ ਸਾਫ਼ ਸੰਕੇਤ ਕਿਸਾਨਾਂ ਨੇ ਦੇ ਦਿੱਤਾ ਉੱਥੇ ਹੀ ਬੈਠ ਕੇ ਮੀਟਿੰਗ ਦੇ ਵਿੱਚ ਕਿ ਅਸੀਂ ਕੋਈ ਭਾਸ਼ਣ ਸੁਣਨ ਨਹੀਂ ਆਏ, ਅਸੀਂ ਕੋਈ ਕਲਾਸ ਲਾਉਣ ਨਹੀਂ ਆਏ। ਜਿਹੜੇ ਖੇਤੀਬਾੜੀ ਕਾਨੂੰਨਾਂ ਦੀ ਤੁਸੀਂ ਹੁਣ ਸਾਨੂੰ ਬਾਰ-ਬਾਰ ਜਾਣਕਾਰੀ ਦੇ ਰਹੇ ਹੋ, ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਘੋਖ ਪੜਤਾਲ ਇਹਨਾਂ ਦੀ ਅਸੀਂ ਕਰ ਚੁੱਕੇ ਹਾਂ, ਸਮਝ ਚੁੱਕੇ ਹਾਂ। ਜੇ ਸਮਝ ਚੁੱਕੇ ਹਾਂ ਤਾਂ ਹੀ ਅੱਜ ਕਿਸਾਨਾਂ ਦਾ ਅੰਦੋਲਨ ਇੱਥੇ ਤੱਕ ਪਹੁੰਚਿਆ। ਜੇ ਨਾ ਸਮਝੇ ਹੁੰਦੇ ਫਿਰ ਸ਼ਾਇਦ ਕਿਸਾਨਾਂ ਦਾ ਇਹ ਅੰਦੋਲਨ ਵੀ ਨਹੀਂ ਹੋਣਾ ਸੀ। ਸੋ ਘੱਟੋ ਘੱਟ ਕੇਂਦਰੀ ਮੰਤਰੀਆਂ ਨੂੰ ਇੰਨਾ ਕੁ ਤਾਂ ਸਮਝ ਲੈਣਾ ਚਾਹੀਦਾ ਕਿ ਸਭ ਕੁਝ ਸੋਚ ਸਮਝ ਕੇ ਹੀ ਦੇਸ਼ ਦੇ ਕਿਸਾਨਾਂ ਨੇ ਇਸ ਸੰਘਰਸ਼ ਦਾ ਰਾਹ ਅਪਣਾਇਆ ਤੇ ਕਿਸਾਨਾਂ ਨੂੰ ਮਹਿਸੂਸ ਹੋਇਆ, ਕਿਸਾਨਾਂ ਨੇ ਆਪਣੀ ਸਮਝ ਦੇ ਨਾਲ, ਹੋਰ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੇ ਜਦੋਂ ਇਹ ਬਿੱਲ ਪੜ੍ਹੇ ਨੇ, ਇਹ ਕਾਨੂੰਨ ਪੜ੍ਹੇ ਨੇ ਤੇ ਪਤਾ ਹੀ ਇਹੀ ਲੱਗਿਆ ਕਿ ਕਿਸਾਨਾਂ ਦਾ ਇਹਦੇ ਵਿੱਚ ਕੋਈ ਫਾਇਦਾ ਨਹੀਂ, ਉਦਯੋਗਪਤੀਆਂ ਨੂੰ ਸਿੱਧਾ ਫਾਇਦਾ ਮਿਲੇਗਾ, ਕਿਸਾਨਾਂ ਦਾ ਨੁਕਸਾਨ ਹੀ ਹੈ। ਸੋ ਇਸੇ ਕਰਕੇ ਕਿਸਾਨਾਂ ਨੇ ਸਿਰਫ ਤੇ ਸਿਰਫ ਸਰਕਾਰ ਤੋਂ 2 ਸ਼ਬਦ ਦਿੱਤੇ। 2 ਸ਼ਬਦ ਦੇ ਵਿੱਚੋਂ ਇੱਕ ਆਪਸ਼ਨ ਦੇ ਦਿੱਤੀ ਹੈ ਕਿ ਤੁਸੀਂ ਇੱਕ ਸ਼ਬਦ ਦੀ ਚੋਣ ਕਰ ਸਕਦੇ ਹੋ, ਯੈਸ ਜਾਂ ਫਿਰ ਨੋ। ਜਦੋਂ ਯੈਸ ਔਰ ਨੋ ਕਿਸਾਨਾਂ ਨੇ ਅੱਜ ਮੀਟਿੰਗ ਦੇ ਵਿੱਚ ਪੁੱਛਿਆ ਸਰਕਾਰ ਤੋਂ, ਤੇ ਉਹ ਵੀ ਮੌਨ ਰਹਿ ਕੇ ਪੁੱਛਿਆ, ਸਿਰਫ ਇਸ ਤਰ੍ਹਾਂ ਪੇਜ ਦਿਖਾ ਕੇ ਯੈਸ ਔਰ ਨੋ ਜਦੋਂ ਪੁੱਛਿਆ ਤੇ ਕੇਂਦਰੀ ਮੰਤਰੀਆਂ ਨੂੰ ਉਦੋਂ ਕੋਈ ਗੱਲ ਨਾ ਜੀ ਔੜੀ। ਤੇ ਫਿਰ ਉਹਨਾਂ ਨੇ ਕੁਝ ਸਮਾਂ ਕਿਸਾਨ ਜਥੇਬੰਦੀਆਂ ਤੋਂ ਮੰਗ ਲਿਆ। ਉਹ ਕਹਿੰਦੇ ਕਿ ਠੀਕ ਹੈ ਜੀ, ਜੇ ਆਪਣੀ ਦੋਨਾਂ ਧਿਰਾਂ ਦੀ ਸਹਿਮਤੀ ਨਹੀਂ ਹੋ ਰਹੀ ਤੇ ਸਰਕਾਰ ਨੂੰ ਥੋੜ੍ਹਾ ਜਿਹਾ ਫਿਰ ਵਿਚਾਰ ਕਰਨ ਦੇ ਲਈ ਸਮਾਂ ਚਾਹੀਦਾ। ਸਰਕਾਰ ਨੇ 1 ਦਿਨ ਦਾ ਸਮਾਂ ਮੰਗਿਆ ਸੀ ਤੇ ਸਰਕਾਰ ਦੇ ਮੰਤਰੀਆਂ ਦੇ ਅਨੁਸਾਰ 7 ਦਸੰਬਰ ਨੂੰ ਅਗਲੀ ਬੈਠਕ ਰੱਖੀ ਜਾ ਰਹੀ ਸੀ। ਪਰ ਫਿਰ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ ਆਖਿਆ ਕਿ ਨਹੀਂ, ਇੱਦਾਂ ਨਹੀਂ, ਬਾਰ-ਬਾਰ ਮੀਟਿੰਗ ਅਸੀਂ ਹੁਣ ਨਹੀਂ ਕਰਨ ਆਉਣਾ। ਹੁਣ ਜਿਹੜੀ ਅਗਲੀ ਮੀਟਿੰਗ ਹੋਊਗੀ ਉਹਦੇ ਤੇ ਗੱਲ ਇੱਕੋ ਹੋਣੀ ਚਾਹੀਦੀ ਹੈ, ਜਾਂ ਸਰਕਾਰ ਹਾਂ ਕਰੇ ਜਾਂ ਫਿਰ ਸਰਕਾਰ ਨਾ ਕਰੇ। ਸੋ ਇਸ ਕਰਕੇ ਕਿਸਾਨਾਂ ਨੇ ਕਿਹਾ ਕਿ ਤੁਸੀਂ ਬੇਸ਼ੱਕ ਦੀ 2 ਦਿਨ ਹੋਰ ਲੈ ਲਵੋ, ਪਰ ਆਪਣਾ ਤੁਸੀਂ ਸਰਕਾਰ ਮਨ ਬਣਾ ਕੇ ਆਵੇ ਤੇ ਜਿਹੜੇ ਕੇਂਦਰੀ ਮੰਤਰੀ ਬੈਠਕ ਦੀ ਅਗਵਾਈ ਕਰਦੇ ਨੇ ਤੇ ਉਹ ਸਰਕਾਰ ਦੇ ਨਾਲ ਗੱਲਬਾਤ ਕਰਕੇ ਸਰਕਾਰ ਦਾ ਫੈਸਲਾ ਲੈ ਕੇ ਆਵੇ। ਉਹ ਫੈਸਲਾ ਕੀ ਹੋ ਸਕਦਾ, ਜਾਂ ਹਾਂ ਦੇ ਵਿੱਚ ਹੋ ਸਕਦਾ ਹੈ ਤੇ ਜਾਂ ਨਾ ਦੇ ਵਿੱਚ ਹੋ ਸਕਦਾ। ਸੋ ਇਸ ਕਰਕੇ ਫਿਰ 8 ਤਰੀਕ ਤੇ ਗੱਲ ਪਹੁੰਚੀ ਤੇ ਕਿਸਾਨਾਂ ਨੇ ਕਿਹਾ ਕਿ 8 ਤਰੀਕ ਨੂੰ ਸਾਡੀ ਭਾਰਤ ਬੰਦ ਦੀ ਕਾਲ ਹੈ ਤੇ ਅਸੀਂ ਭਾਰਤ ਬੰਦ ਦੇ ਅੰਦੋਲਨ ਦੇ ਵਿੱਚ ਲੱਗਣਾ। ਤੇ ਇਸੇ ਕਰਕੇ ਹੁਣ 9 ਦਸੰਬਰ ਨੂੰ ਹੈ ਜੀ ਜਿਹੜੀ ਉਹ ਅਗਲੀ ਮੀਟਿੰਗ ਕਿਸਾਨਾਂ ਅਤੇ ਕੇਂਦਰੀ ਮੰਤਰੀਆਂ, ਜਾਂ ਫਿਰ ਕਹਿ ਲਈਏ ਕਿ ਕੇਂਦਰ ਸਰਕਾਰ ਜਾਂ ਭਾਰਤ ਸਰਕਾਰ ਦੇ ਨਾਲ ਤੈਅ ਹੋਈ ਹੈ। ਤੇ ਹੁਣ ਮੰਨਿਆ ਜਾ ਰਿਹਾ ਕਿ ਇਸ ਮੀਟਿੰਗ ਦੇ ਵਿੱਚ ਸਰਕਾਰ ਆਪਣਾ ਰੁਖ ਤੇ ਆਪਣਾ ਜਿਹੜਾ ਜਵਾਬ ਹੈ ਤੇ ਉਹ ਸਾਫ਼ ਕਰ ਦੇਵੇਗੀ। ਸੋ ਸਾਡੇ ਨਾਲ ਹੁਣ ਕਾਲਰ ਜੁੜੇ ਨੇ ਜੀ। ਸਭ ਤੋਂ ਪਹਿਲਾਂ ਕਾਲ ਲੈਂਦੇ ਹਾਂ। ਸਵਾਗਤ ਹੈ ਸਰ ਬਹੁਤ ਬਹੁਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਮੇਂ ਵਾਲੀ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਮੇਂ ਵਾਲੀ ਸਾਹਿਬ। ਹਾਂਜੀ ਸਰ, ਬੇਨਤੀ ਹੈ ਬਈ ਅੱਜ ਜਿਹੜਾ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਨਾ ਸਰ ਜੀ, ਇਹ ਸਾਰੇ ਸਾਡੇ ਲੀਡਰਾਂ ਦੀ ਸਰ ਨਲਾਇਕੀ ਹੈ। ਰਾਤੀ ਮੈਂ ਚੰਗੀ ਤਰ੍ਹਾਂ ਦੱਸ ਨਹੀਂ ਸਕਿਆ ਸਰ ਜੀ, ਵੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੁੱਲ ਕਿੰਨੇ ਬੰਦੇ ਫਾਂਸੀ ਲੱਗੇ ਜੀ। ਕੁੱਲ ਲੱਗੇ ਸੀ ਸਰ 121 ਜੀ।
ਜਿੰਦੇ ਤੋਂ ਸਰ 93 ਸਿੱਖ। ਜੀ ਹੈਲੋ। ਜੀ 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 ਬਿਲਕੁਲ। ਹਾਂਜੀ, ਜਲਿਆਂਵਾਲੇ ਬਾਗ ਵਿੱਚ ਸਰ ਸ਼ਹੀਦ ਹੋਏ ਸੀ 799 ਸਿੱਖ ਜੀ। ਕਾਲੇ ਪਾਣੀ ਵਿੱਚ ਕੈਦ ਹੋਏ ਸੀ 2646 ਤੇ 2147 ਵੀਰ ਜੀ ਸਿੱਖ। ਵੱਜ ਘਾਟ ਤੇ ਸ਼ਹੀਦ ਹੋਏ ਸੀ 113 ਸਿੱਖ ਜੀ। ਕੂਕਾ ਅੰਦੋਲਨ ਜਿਹੜਾ ਚੱਲਿਆ ਸੀ ਗਾਵਾਂ ਦੀ ਰੱਖਿਆ ਲਈ ਜੀ, ਉਹ 91 ਸ਼ਹੀਦ ਹੋਏ ਸੀ ਕੂਕੇ ਤੇ 91 ਦੇ 91 ਹੀ ਸਿੱਖ। ਬੱਬਰ ਅਕਾਲੀ ਸ਼ਹੀਦ ਹੋਏ ਸੀ 500 ਤੇ 500 ਦੇ 500 ਹੀ ਸਿੱਖ ਸਰ। ਜੀ ਬਿਲਕੁਲ, ਪਰ ਸਰ ਬਹੁਤ ਵੱਡੀ ਕੁਰਬਾਨੀ ਹੈ ਜੀ। ਬਿਲਕੁਲ, ਲੀਡਰ ਬਾਜੋ ਅਸੀਂ ਹਾਰ ਗਏ ਜੀ। ਅਸੀਂ ਸਿਰ ਵਾਰ ਨੇ ਜਾਣੇ, ਸਿਰ ਵਰਤਿਆ ਨਹੀਂ ਕਿਤੇ। ਸੋ ਬਾਕੀ ਕਿਸਾਨ ਜਥੇਬੰਦੀਆਂ ਚੰਗੇ ਢੰਗ ਨਾਲ ਚਲਾ ਰਹੀਆਂ ਨੇ ਅੰਦੋਲਨ ਜੀ। ਮੈਨੂੰ ਤਾਂ ਸਾਰਾ ਨਿਹੰਗਾਂ ਤੋਂ ਡਰ ਆਉਂਦਾ ਹੈ ਵੀ ਇਹ ਕੋਈ ਵਿਗਾੜ ਨਾ ਪੈਦਾ ਕਰ ਦੇਣ। ਇਸ ਤਰ੍ਹਾਂ ਬੋਲੇ ਸੌ ਨੇ ਹੱਲ ਕਰਕੇ ਸਰ ਕਦੀ ਤਾਂ ਅਸੀਂ ਸੁਚੱਜੇ ਢੰਗ ਨਾਲ ਸੋਚੀਏ ਕਿ ਕਿਸ ਤਰ੍ਹਾਂ ਅਸੀਂ ਬਚਦੇ ਹਾਂ। ਬਾਕੀ ਜਿਹੜੇ ਵੀਰ ਗੁਰਬਾਣੀ ਦੀ ਉਦਾਹਰਨ ਦਿੰਦੇ ਹੁੰਦੇ ਨੇ ਨਾ ਜੀ, ਕਮ ਸੇ ਕਮ ਉਹਨਾਂ ਨੂੰ ਗੁਰਵਾਕ ਪੂਰਾ ਹੋਣਾ ਚਾਹੀਦਾ ਹੈ, ਤਾਂ ਹੀ ਬਾਣੀ ਦੀ ਉਦਾਹਰਨ ਦਿਆ ਕਰਨ। ਜਿਵੇਂ ਉਹ ਡੋਗਰਾ ਜਿਹਾ ਗਲਤ ਵਰਤੀ ਜਾਂਦਾ ਹੁੰਦਾ ਸ਼ਬਦ ਜੀ, ਤਾਂ ਕਿਰਪਾ ਕਰਕੇ ਜਿੰਨੇ ਵੀ ਵਰਤਨੇ ਗੁਰਵਾਕ ਉਹ ਪੂਰਾ ਸ਼ਬਦ ਉਹਨੂੰ ਯਾਦ ਆਉਣਾ ਚਾਹੀਦਾ। ਥੈਂਕ ਯੂ ਸਰ। ਜੀ ਜੀ, ਸੋ ਬਹੁਤ ਬਹੁਤ ਸ਼ੁਕਰੀਆ ਜੀ ਸਮੇਂ ਵਾਲੀ ਸਾਹਿਬ ਕਾਲ ਕਰਨ ਦੇ ਲਈ। ਲੇਕਿਨ ਇੱਕ ਗੱਲ ਹੋਰ ਦੱਸ ਦਿੰਦੇ ਹਾਂ ਕਿ ਅੱਜ ਸਰਕਾਰ ਨੇ ਕਿਸਾਨਾਂ ਦੇ ਇਸ ਜੋ ਸੰਘਰਸ਼ ਹੈ, ਜੋ ਅੰਦੋਲਨ ਚੱਲ ਰਿਹਾ, ਉਹਦੇ ਵਿੱਚ ਜਿਹੜਾ ਅਨੁਸ਼ਾਸਨ ਦਿਖਾਇਆ ਕਿਸਾਨਾਂ ਨੇ, ਉਹਦੀ ਤਾਰੀਫ ਕੀਤੀ ਹੈ। ਖੁਦ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਤਾਰੀਫ ਕਿਸਾਨਾਂ ਦੇ ਅਨੁਸ਼ਾਸਨ ਦੀ ਕੀਤੀ ਹੈ ਤੇ ਕਿ ਕਾਬਲੇ ਤਾਰੀਫ ਹੈ ਕਿ ਕਿਸਾਨ ਇੰਨੀ ਵੱਡੀ ਗਿਣਤੀ ਦੇ ਵਿੱਚ ਨੇ ਤੇ ਫਿਰ ਵੀ ਅਨੁਸ਼ਾਸਨ ਦੇ ਵਿੱਚ ਰਹਿ ਕੇ ਹੀ ਆਪਣਾ ਅੰਦੋਲਨ ਕਰ ਰਹੇ ਨੇ। ਤੇ ਨਾਲ ਦੀ ਨਾਲ ਉਹਨਾਂ ਨੇ ਇਹ ਅਪੀਲ ਕੀਤੀ ਹੈ ਕਿ ਜਿਹੜੇ ਬੱਚੇ ਧਰਨੇ ਦੇ ਵਿੱਚ ਸ਼ਾਮਿਲ ਨੇ ਤੇ ਬਜ਼ੁਰਗ ਸ਼ਾਮਿਲ ਨੇ, ਉਹਨਾਂ ਨੂੰ ਘਰ ਵਾਪਸ ਭੇਜ ਦਿੱਤਾ ਜਾਵੇ, ਕਿਉਂਕਿ ਠੰਡ ਦਾ ਉਹਨਾਂ ਨੇ ਕਾਰਨ ਦੱਸਿਆ ਕਿ ਬੱਚਿਆਂ ਤੇ ਬਜ਼ੁਰਗਾਂ ਨੂੰ ਠੰਡ ਤੋਂ ਦੂਰ ਰੱਖਿਆ ਜਾਏ। ਸੋ ਇਸ ਤਰੀਕੇ ਦੀਆਂ ਕੁਝ ਕੇਂਦਰ ਸਰਕਾਰ ਨੇ ਜਿਹੜੀਆਂ ਅਪੀਲਾਂ ਨੇ ਉਹ ਕਿਸਾਨ ਜਥੇਬੰਦੀਆਂ ਨੂੰ ਅੱਜ ਕੀਤੀਆਂ ਨੇ ਆਪਣੇ ਮੰਤਰੀਆਂ ਦੇ ਜ਼ਰੀਏ। ਸੋ ਸਾਡੇ ਨਾਲ ਅਗਲੇ ਕਾਲਰ ਸਾਡੇ ਜੁੜੇ ਨੇ ਜੀ, ਸਵਾਗਤ ਹੈ ਸਰ, ਬਹੁਤ ਬਹੁਤ। ਜੀ ਜੀ ਜੀ, ਸੋ ਸਾਡੇ ਦਰਸ਼ਕਾਂ ਨੂੰ ਦੱਸ ਦਿੰਦੇ ਹਾਂ ਕਿ ਇਸ ਵੇਲੇ ਸਾਡੇ ਨਾਲ ਜੁੜੇ ਨੇ ਜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਬਿੰਦਰ ਸਿੰਘ ਗੋਲੇਵਾਲ ਸਾਹਿਬ। ਗੋਲੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ। ਗੋਲੇਵਾਲ ਸਾਹਿਬ, ਵਾਪਸੀ ਹੋ ਗਈ ਹੈ ਜੀ, ਪਹੁੰਚ ਗਏ ਹੋ ਵਾਪਸ ਜਾਂ ਤੁਸੀਂ ਪਿੱਛੇ ਧਰਨੇ ਤੇ ਹੀ ਸੀ? ਅਸੀਂ ਧਰਨੇ ਤੇ ਸੀ ਪਿੱਛੇ ਜੀ। ਤੁਹਾਡੇ ਕੋਲ ਸਾਰੀ ਇਨਫੋਰਮੇਸ਼ਨ ਜਾਣਕਾਰੀ ਤਾਂ ਗੋਲੇਵਾਲ ਸਾਹਿਬ ਤੁਹਾਡੇ ਕੋਲ ਪਹੁੰਚ ਹੀ ਗਈ ਹੋਣੀ ਆ, ਤੇ ਹੁਣ ਕਿੱਦਾਂ ਲੱਗਦਾ ਕਿ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਸੀ 5ਵੇਂ ਗੇੜ ਦੀ, ਇਹਦੇ 'ਚ ਜੇਕਰ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਤਾਂ ਅੱਜ ਖੇਤੀਬਾੜੀ ਮੰਤਰੀ ਬੜੇ ਨਰਮ ਜਿਹੇ ਲੱਗੇ। ਅੱਗੇ ਥੋੜਾ ਜਿਹਾ ਕੁਝ ਹੋਰ ਮੂਡ ਦੇ ਵਿੱਚ ਨਜ਼ਰ ਆਉਂਦੇ ਆ ਤੇ ਅੱਜ ਥੋੜੇ ਜਿਹੇ ਨਰਮ ਕਾਫੀ ਲੱਗਿਆ ਉਹਨਾਂ ਦਾ ਮੈਨੂੰ ਰੁੱਖ। ਹਾਂ ਦੇਖੋ, ਜਥੇਬੰਦੀਆਂ ਨੇ ਮੈਂ ਸਪਸ਼ਟ ਕਰਤਾ ਨਾ ਕਿ ਅਸੀਂ ਜ਼ਿਆਦਾ ਕੋਈ ਬਹਿਸਬਾਜ਼ੀ ਨਹੀਂ ਕਰਨੀ ਹੈ। ਅਸੀਂ ਮਤਲਬ ਸੋਤੋਂ ਤੋਂ ਜਵਾਬ ਭਾਲਦੇ ਹਾਂ, ਹਾਂ ਨਾ ਦਾ ਜਵਾਬ ਦਿਓ। ਬਹਿਸਬਾਜ਼ੀ ਸਾਡੀ ਬਹੁਤ ਹੋ ਗਈ, ਸਮਝਾ ਅਸੀਂ ਬਹੁਤ ਦਿੱਤਾ, ਸਭ ਕੁਝ ਦੱਸ ਦਿੱਤਾ, ਕਿਸੇ ਫੈਸਲੇ ਦੀ ਗੱਲ ਕਰੋ। ਤੇ ਇਸ ਕਰਕੇ ਉਹ ਅੱਗੋਂ ਲੱਗ ਰਿਹਾ ਸੀ ਇਸ ਤਰ੍ਹਾਂ ਹੀ। ਦੇਖੋ ਕੀ ਉਮੀਦਾਂ ਅੱਗੇ ਨਾਲੋਂ ਵਧੀਆਂ ਹੈਗੀਆਂ ਸਾਡੀਆਂ, ਔਰ ਪਿੱਛੋਂ ਹੌਸਲੇ ਵੀ ਵਧੇ ਆ, ਪਿੱਛੋਂ ਲੋਕ ਹੋਰ ਵੀ ਆ ਰਹੇ ਆ। ਇਸ ਕਰਕੇ ਜਿਹੜਾ ਹੈ ਦਬਾਅ ਪਿੱਛੋਂ ਵੱਧ ਰਿਹਾ ਹੈ ਔਰ ਅਸੀਂ ਜਿੱਤ ਵੱਲ ਵੱਧ ਰਹੇ ਹਾਂ ਲੱਗਦਾ ਜੀ। ਠੀਕ ਹੈ। ਹੁਣ ਅੱਛਾ, 7 ਤਰੀਕ ਦਾ ਪਹਿਲਾਂ ਸਮਾਂ ਮੰਗ ਰਹੀ ਸੀ ਸਰਕਾਰ, ਇੱਕ ਵਾਰ ਫਿਰ ਤੋਂ ਮੀਟਿੰਗ ਕਰਨਾ ਚਾਹ ਰਹੀ ਆ, ਤੇ ਅੱਜ ਇਹ ਵੀ ਅਸੀਂ ਦੇਖਿਆ ਕਿ ਅੱਜ ਸਾਡੇ ਕਿਸਾਨ ਆਗੂਆਂ ਨੇ ਮੌਨ ਰਹਿ ਕੇ ਨਾ ਬੋਲ ਕੇ ਵੀ ਬਹੁਤ ਕੁਝ ਬੋਲ ਗਿਆ। ਤੇ ਇਸ ਤੋਂ ਤੁਸੀਂ ਕੀ ਸਮਝਦੇ ਹੋ ਕਿ ਇਹਦਾ ਮੌਨ ਸੀ ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ, ਉਹ ਕਿੰਨਾ ਕੁ ਅਸਰਦਾਰ ਰਿਹਾ? ਦੇਖੋ ਜੀ, ਜਿਹੜਾ ਮੌਨ ਦਾ ਮਤਲਬ ਇਹ ਹੈ ਵੀ ਜੋ ਅਸੀਂ ਕਹਿਤਾ ਸੋ ਕਹਿਤਾ। ਮੌਨ ਦਾ ਮਤਲਬ ਇਹ ਹੈ ਵੀ ਜ਼ਿਆਦਾ ਬਹਿਸਬਾਜ਼ੀ ਉਹ ਬੋਲੀ ਜਾਣਾ, ਇਸ ਤਰ੍ਹਾਂ ਕਰੋ ਉਸ ਤਰ੍ਹਾਂ ਕਰੋ, ਜਿਹੜਾ ਬੋਲੀ ਜਾਣਾ ਉਹਦੇ ਨਾਲ ਇਹ ਵਧੀਆ। ਮੌਨ ਦਾ ਮਤਲਬ ਇਹ ਜੋ ਅਸੀਂ ਕਿਹਾ ਹੈ ਕਿ ਆਰਡੀਨੈਂਸ ਰੱਦ ਕਰੋ ਤਾਂ ਰੱਦ ਕਰੋ। ਮੌਨ ਦਾ ਮਤਲਬ ਇਹ ਹੈ ਵੀ ਅਸੀਂ ਸਪਸ਼ਟ ਹੈ, ਇਸ ਤੋਂ ਅੱਗੇ ਕੁਝ ਨਹੀਂ ਕਹਿਣਾ ਚਾਹੁੰਦੇ, ਅਸੀਂ ਫੈਸਲਾ ਭਾਲਦੇ ਹਾਂ, ਹਾਂ ਜਾਂ ਨਾ ਦਾ ਫੈਸਲਾ ਭਾਲਦੇ ਹਾਂ। ਮੌਨ ਦਾ ਮਤਲਬ ਇਹ ਹੈ। ਵਧੀਆ ਫੈਸਲਾ ਲਿਆ ਸਾਡੇ ਆਗੂਆਂ ਨੇ, ਉਹ ਬਹੁਤ ਵੱਡਾ ਅਸਰ ਹੋਇਆ ਇਸ ਗੱਲ ਦਾ। ਪਰ ਗੋਲੇਵਾਲ ਸਾਹਿਬ, ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੇ ਅੱਜ ਸਪਸ਼ਟੀ ਕਰ ਦਿੱਤਾ ਕਿ ਯੈਸ ਨੋ, ਮਤਲਬ ਹਾਂ ਕਰੋ ਜਾਂ ਨਾ ਕਰੋ, ਸਾਨੂੰ ਆਪਣਾ ਫੈਸਲਾ ਤੁਸੀਂ ਸੁਣਾ ਦਿਓ, ਕੀ ਲੱਗਦਾ ਤੁਹਾਨੂੰ ਕਿ ਦੇਖੋ ਦਬਾਅ ਵੀ ਸਰਕਾਰ ਤੇ ਬਹੁਤ ਹੈ? ਹੁਣ ਤੱਕ ਸਰਕਾਰ ਨੇ ਜਿੰਨੇ ਕਾਨੂੰਨ ਨਵੇਂ ਬਣਾਏ ਨੇ ਉਹ ਸਾਰੇ ਲੋਕਾਂ ਤੇ ਥੋਪੇ, ਆਪਾਂ ਕਹਿ ਸਕਦੇ ਹਾਂ। ਕਿਹੜਾ ਵੀ ਜਿਹੜਾ ਕਾਨੂੰਨ ਅਸੀਂ ਗੱਲਬਾਤ ਕਰੀਏ, ਸਾਰੇ ਜਿਹੜੇ ਕਾਨੂੰਨ ਨੇ ਸਰਕਾਰ ਨੇ ਥੋਪੇ ਨੇ, ਤੇ ਕਿਤੋਂ ਵੀ ਸਰਕਾਰ ਨੂੰ ਮੋੜਵਾਂ ਜਵਾਬ ਨਹੀਂ ਮਿਲਿਆ ਸੀ। ਤੇ ਹੁਣ ਕਿਸਾਨਾਂ ਦੇ ਮੁੱਦੇ ਤੇ ਸਰਕਾਰ ਨੂੰ ਮੋੜਵਾਂ ਜਵਾਬ ਮਿਲਿਆ,
ਤੇ ਤੁਸੀਂ ਕੀ ਸਮਝਦੇ ਹੋ ਕਿ ਸਰਕਾਰ ਕਿਸ ਤਰ੍ਹਾਂ ਦੀ ਸੋਚ ਸਮਝ ਦੇ ਵਿੱਚ ਇਸ ਵੇਲੇ ਹੈਗੀ ਹੈ, ਕਿਉਂਕਿ ਸਰਕਾਰ ਨੇ ਕਿਸਾਨਾਂ ਨੂੰ ਮਨਾਉਣਾ ਵੀ ਹੈ ਤੇ ਸਰਕਾਰ ਨੇ ਆਪਣੀ ਨੱਕ ਵੀ ਬਚਾਉਣੀ ਹੈ, ਤੇ ਕਿੱਦਾਂ ਕਰ ਸਕਦੀ ਸਰਕਾਰ ਫਿਰ? ਬਸ ਗੱਲ ਨੱਕ ਦੀ ਹੈ ਜੀ, ਗੱਲ ਹੋਰ ਤਾਂ ਜਿਹੜੀ ਉਹਨੂੰ ਮੰਨ ਹੀ ਗਏ ਵਿੱਚ ਸੋਧਾਂ ਕਰ ਸਕਦੇ, ਜੇ ਸਾਰੀਆਂ ਸੋਧਾਂ ਹੋ ਜਾਣ ਤਾਂ ਕਾਨੂੰਨ ਦੇ ਵਿੱਚ ਰਹਿ ਕੀ ਜਾਂਦਾ ਜੀ, ਕਿਉਂਕਿ ਉਹ ਬਸ ਉਹ ਨੱਕ ਦੀ ਗੱਲ ਜਿਹੜੀ ਤੁਸੀਂ ਕਹਿੰਦੇ ਇਹ ਹੈ ਵੀ ਨੱਕ ਦਾ ਜੋ ਦੇਖੋ ਆਪਦੀ ਜੋ ਜਨਤਾ ਹੁੰਦੀ ਆ, ਸਰਕਾਰ ਜਨਤਾ ਵਾਸਤੇ ਹੁੰਦੀ ਹੈ, ਉਹਨੂੰ ਨੱਕ ਵਾਲੀ ਗੱਲ ਛੱਡ ਕੇ ਜਨਤਾ ਵਾਸਤੇ ਕਰਨਾ, ਲੋਕਾਂ ਵਾਸਤੇ ਕਰਨਾ, ਆਪਦੇ ਜੋ ਲੋਕ ਹੁੰਦੇ ਆ ਕਿ ਉਹ ਸਰਕਾਰ ਉਹਦੇ ਸਾਰਾ ਸੰਭਾਲ ਸਰਕਾਰ ਦੀ ਹੁੰਦੀ ਹੈ, ਨੱਕ ਨੂੰ ਪਾਸੇ ਕਰਕੇ ਉਹਨਾਂ ਨੂੰ ਫੈਸਲਾ ਕਰ ਦੇਣਾ ਚਾਹੀਦਾ। ਜਦੋਂ ਮੰਨ ਹੀ ਗਏ ਠੀਕ ਹੈ, ਜਦੋਂ ਸੋਧਾਂ ਕਰਨਗੇ ਅਸੀਂ ਸੋਧਾਂ ਕਰ ਸਕਦੇ, ਸੋਧ ਕਰਦੀ ਹੈ ਤਾਂ ਕਾਨੂੰਨ ਕੋਈ ਰਹਿ ਨਹੀਂ ਜਾਂਦਾ, ਵਿੱਚ ਰਹਿ ਕੀ ਜਾਣਾ, ਰੱਦ ਕਰ ਦੇਣਾ ਚਾਹੀਦਾ, ਨਹੀਂ ਇਹਨਾਂ ਗੱਲਾਂ 'ਚ ਪੈਣਾ ਚਾਹੀਦਾ। ਇਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈਗੀ ਹੈ, ਜਿਹੜੀ ਫੈਸਲਾ ਲੋਕਾਂ ਦਾ ਜੋ ਆਵਾਜ਼ ਹੈ ਉਹਦੇ ਮੁਤਾਬਕ ਜੋ ਕਰ ਦੇਣਾ ਹੈਗਾ, ਬਹੁਤ ਵੱਡੀ ਗੱਲ ਹੁੰਦੀ, ਸਰਕਾਰ ਨੂੰ ਕਰ ਦੇਣਾ ਚਾਹੀਦਾ। ਜੀ ਜੀ ਜੀ। ਅੱਛਾ ਗੋਲੀਆ ਸਾਹਿਬ, ਕੁਝ ਕੁ ਗੱਲਾਂ ਅੱਜ ਖੇਤੀਬਾੜੀ ਮੰਤਰੀ ਨੇ ਕਰੀਆਂ ਨੇ ਤੇ ਉਹ ਤੋਂ ਸਾਨੂੰ ਇਹ ਲੱਗ ਰਿਹਾ ਕਿ ਅੱਜ ਹੀ ਕਿਉਂ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਗੱਲਾਂ। ਤੇ ਇੱਕ ਤਾਂ ਉਹਨਾਂ ਨੇ ਤਾਰੀਫ ਕੀਤੀ ਆ ਤੁਹਾਡੇ ਇਸ ਅੰਦੋਲਨ ਦੇ ਵਿੱਚ, ਕਹਿੰਦੇ ਕਿ ਬੜਾ ਅਨੁਸ਼ਾਸਨ ਦੇ ਵਿੱਚ ਰਹਿ ਕੇ ਕਿਸਾਨ ਅੰਦੋਲਨ ਕਰ ਰਹੇ ਨੇ ਤੇ ਇਹਦੇ ਲਈ ਉਹਨਾਂ ਨੇ ਤਾਰੀਫ ਕੀਤੀ ਆ ਕਿਸਾਨਾਂ ਦੀ। ਤੇ ਇੱਕ ਉਹਨਾਂ ਨੇ ਦੂਸਰਾ ਇਹ ਅਪੀਲ ਕੀਤੀ ਹੈ, ਕਹਿੰਦੇ ਕਿ ਤੁਸੀਂ ਠੰਡ ਬਹੁਤ ਵੱਧ ਗਈ ਆ ਤੇ ਜੇ ਹੋ ਸਕੇ ਤਾਂ ਬੱਚਿਆਂ ਤੇ ਬਜ਼ੁਰਗਾਂ ਨੂੰ ਤੁਸੀਂ ਘਰ ਭੇਜ ਦਿਓ। ਕੀ ਲੱਗਦਾ ਤੁਹਾਨੂੰ ਇਹਨਾਂ ਬਿਆਨਾਂ ਤੋਂ? ਨਹੀਂ ਦੇਖੋ, ਜੇ ਬੱਚੇ ਜਾਂ ਬਜ਼ੁਰਗ ਜੋ ਆਏ ਆ ਉਹ ਤਾਂ ਇਹ ਤਾਂ ਬੇਫਾਲਤੂ ਗੱਲਾਂ ਕਹਿੰਦੇ ਆ ਲੋਕ ਕਿ ਦੇਖੋ ਜੀ, ਗੱਲ ਹੀ ਐਡੀ ਲੋਕ ਮਨ ਹੀ ਐਡਾ ਬਣਾਇਆ ਹੋਇਆ ਹੈ, ਲੋਕ ਲੱਗੀ ਇਸ ਤਰ੍ਹਾਂ ਹੈ ਕਿ ਵੀ ਕੋਈ ਵੀ ਜਾਣ ਨੂੰ ਤਿਆਰ ਨਹੀਂ। ਹਰ ਬੰਦਾ ਇਹ ਸੋਚ ਕੇ ਆਇਆ ਕਿ ਮੈਂ ਰਹਿਣਾ ਪੱਕੇ ਤੌਰ ਤੇ। ਤੁਸੀਂ ਦੱਸ ਦਿਓ ਸਰਕਾਰ ਨੂੰ, ਥੋੜਾ ਜਿਹਾ ਸਾਡੇ ਮਾਧਿਅਮ ਦੇ ਰਾਹੀਂ ਇਹ ਦੱਸ ਹੀ ਦਿਓ ਕਿ ਠੰਡ ਲੱਗਦੀ ਹੈ ਜਾਂ ਨਹੀਂ ਲੱਗਦੀ ਹੈ। ਨਹੀਂ ਦੇਖੋ, ਜਦੋਂ ਕੋਈ ਸੰਘਰਸ਼ ਲੜੀਦਾ ਨਾ ਉਦੋਂ ਸਾਰੀਆਂ ਚੀਜ਼ਾਂ ਪਾਸੇ ਰੱਖ ਕੇ ਲੜਦੀਆਂ, ਤਕਲੀਫਾਂ ਪਾਸੇ ਰੱਖ ਕੇ ਲੜੀਦੀਆਂ। ਜਿਹੜੇ ਸੰਘਰਸ਼ ਲੜੀ ਇਸ ਤਰ੍ਹਾਂ ਜਾਂਦੇ, ਅਸੀਂ ਪੁਰਾਣੇ ਆਦੇ ਬਜ਼ੁਰਗਾਂ ਦੀਆਂ ਗੱਲਾਂ ਲਈਏ, ਸੰਘਰਸ਼ ਜੋ ਲੜੇ ਇਸੇ ਤਰ੍ਹਾਂ ਹੀ ਲੜੇ ਆ। ਸੋ ਉਹਨਾਂ ਸਾਰੀਆਂ ਗੱਲਾਂ, ਠੰਡ ਕੀ ਹੈ, ਤਕਲੀਫ ਕੀ ਹੈ, ਪਹਿਲੀ ਗੱਲ ਤਾਂ ਲੋਕ ਸਾਡੇ ਪਿਆਰ ਵਾਲੇ ਇੱਥੇ ਦਿੱਲੀ ਚ ਇੰਨੇ ਆ ਰਹੇ ਆ ਕਿ ਸਾਨੂੰ ਉਹ ਗੱਲਾਂ ਮਹਿਸੂਸ ਨਹੀਂ ਹੋਣ ਦਿੰਦੇ। ਜਿੰਨਾ ਅਸੀਂ ਸੋਚਿਆ ਨਹੀਂ ਸੀ ਵੀ ਲੋਕ ਸਾਡੀ ਇੰਨੀ ਮਦਦ ਕਰਨਗੇ, ਹਰ ਤਰ੍ਹਾਂ ਦਾ ਸਾਡਾ ਸਹਾਰਾ ਬਣਦੇ ਇੱਥੇ ਆ ਕੇ, ਹਰ ਤਰ੍ਹਾਂ ਦਾ ਸਾਥੋਂ ਦੁੱਖ ਤਕਲੀਫ ਪੁੱਛਦੇ ਆ। ਉਹਨਾਂ ਦੁੱਖ ਤਕਲੀਫਾਂ ਤੋਂ ਅਸੀਂ ਦੂਰ ਹੈ, ਔਰ ਜਿਹੜਾ ਕਦੇ ਵੀ ਸੰਘਰਸ਼ ਤੋਂ ਅਸੀਂ ਪਿੱਛੇ ਜਿਹੜੇ ਲੋਕ ਸਾਡੇ ਹਟਣਗੇ ਨਹੀਂ। ਸਰਕਾਰ ਨੂੰ ਜਲਦੀ ਇਹ ਲੰਮਾ ਕਰਨ ਦੀ ਬਜਾਏ, ਸੰਘਰਸ਼ ਨੂੰ ਹੋਰ ਵੱਡਾ ਕਰਨ ਦੀ ਬਜਾਏ ਜਿੰਨਾ ਜਲਦੀ ਇਹਨੂੰ ਨਿਬੇੜਨਾ ਚਾਹੀਦਾ, ਔਰ ਇਹਨੂੰ ਜਿਹੜਾ ਸੰਘਰਸ਼ ਤਾਂ ਜੋ ਸਾਰੇ ਲੋਕ ਇਹ ਵੀ ਸੁਖੀ ਰਹਿਣ, ਸਰਕਾਰ ਵੀ ਸੁਖੀ ਆਪਦਾ ਸੌਵੇਂ, ਔਰ ਲੋਕ ਵੀ ਆਪਣਾ ਜਾ ਕੇ ਪਿੱਛੇ ਦੇ ਵਾਪਸ ਜਾਣ। ਠੀਕ ਹੈ, ਆਖਰੀ ਸਵਾਲ ਹੈ ਗੋਲੀਵਾਲ ਸਾਹਿਬ, 8 ਤਰੀਕ ਦਾ ਭਾਰਤ ਬੰਦ ਦਾ ਸੱਦਾ ਤੇ ਅਗਲੇ ਦਿਨ ਫਿਰ ਸਰਕਾਰ ਦੇ ਨਾਲ ਮੀਟਿੰਗ ਹੈ, ਇਹ ਦੋਨੋਂ ਦਿਨ ਕਿੰਨੇ ਕੁ ਅਹਿਮ ਤੁਸੀਂ ਮੰਨਦੇ ਹੋ ਇਸ ਕਿਸਾਨੀ ਅੰਦੋਲਨ ਦੇ ਲਈ? ਦੇਖੋ, ਹਰ ਦਿਨ ਅਹਿਮ ਆ ਰਿਹਾ ਕਿਸਾਨੀ ਅੰਦੋਲਨ ਵਾਸਤੇ। ਕਦੇ ਸਾਡੇ ਵੱਡੇ ਐਥਲੀਟ ਆ ਜੀ, ਉਹਨਾਂ ਦੇ ਸਾਰੇ ਅਵਾਰਡ ਵਾਪਸ ਕਰਨ ਦੀ ਗੱਲ ਕਰੀਏ, ਜਾਂ ਹੋਰ ਅਦਾਰਿਆਂ ਦੀ ਗੱਲ ਕਰੀਏ, ਜਾਂ ਲੋਕਾਂ ਦੇ ਜੁੜਨ ਦੀ ਗੱਲ ਕਰੀਏ, ਜਾਂ 8 ਤਰੀਕ ਦੇ ਬੰਦ ਦੇ ਸੱਦੇ ਦੀ ਗੱਲ ਕਰੀਏ, ਹਰ ਇੱਕ ਜਿਹੜਾ ਇਹ ਵਡਾਵਾ ਹੈ ਜਿਹੜੇ ਸੰਘਰਸ਼ ਨੂੰ, ਇਹ ਤਾਕਤ ਮਿਲਣ ਵਾਲੀ ਗੱਲ ਹੈਗੀ ਹੈ। ਸੋ ਸਰਕਾਰ ਨੂੰ ਇਹ ਸੋਚ ਲੈਣਾ ਚਾਹੀਦਾ ਕਿ ਹਰ ਜਿਹੜਾ ਸੰਘਰਸ਼ ਨੂੰ ਵੱਡਾ ਕਰਦਾ, ਸੋ ਜਲਦੀ ਸਾਡਾ ਇਹ ਨਿਬੇੜ ਦੇਣਾ ਚਾਹੀਦਾ। ਠੀਕ ਹੈ, ਤੁਸੀਂ ਅਵਾਰਡ ਵਾਪਸੀ ਦੀ ਗੱਲ ਕਰੀ ਆ, ਕੋਈ ਇਸ ਤਰ੍ਹਾਂ ਦੀ ਫੀਲਡ ਇਸ ਵੇਲੇ ਨਹੀਂ ਦਿਖ ਰਹੀ ਜਿਹਦੇ ਵਿੱਚ ਜਿਹੜੇ ਪੰਜਾਬੀ ਨੇ ਉਹ ਅਵਾਰਡ ਵਾਪਸ ਨਾ ਕਰ ਰਹੇ ਹੋਣ? ਕੀ ਕਲਾਕਾਰ, ਸਾਹਿਤਕਾਰ, ਖਿਡਾਰੀ, ਸਿਆਸਤਦਾਨਾਂ ਤੱਕ ਨੇ ਆਪਣੇ ਸਨਮਾਨ ਵਾਪਸ ਕਰ ਦਿੱਤੇ ਨੇ, ਤੇ ਤੁਹਾਨੂੰ ਕੀ ਲੱਗਦਾ ਕਿ ਇਹਨਾਂ ਦੇ ਨਾਲ ਕਿੰਨਾ ਕੁ ਵੱਡਾ ਮੈਸੇਜ ਹੈ ਜਿਹੜਾ ਉਹ ਕੇਂਦਰ ਸਰਕਾਰ ਨੂੰ ਗਿਆ ਕਿ ਜਿਹੜੇ ਇਹ ਵਕਾਰੀ ਬੜੇ ਅਵਾਰਡ ਹੁੰਦੇ ਨੇ ਤੇ ਵਾਪਸ ਕਰਨਾ, ਤੇ ਇੱਕ ਤਰੀਕੇ ਦਾ ਦਿਖਾਉਣਾ ਕਿ ਅਸੀਂ ਇਸ ਵੇਲੇ ਅਸੀਂ ਆਪਣੇ ਕਿਸਾਨਾਂ ਦੇ ਨਾਲ ਹੈ। ਸੋ ਸਰਕਾਰ ਨੇ ਜੇਕਰ ਇਹ ਸਨਮਾਨ ਦਿੱਤਾ ਸੀ ਤਾਂ ਸਰਕਾਰ ਇਹ ਸਨਮਾਨ ਵਾਪਸ ਲੈ ਸਕਦੀ ਹੈ। ਕਿੰਨਾ ਕੁ ਤਕੜਾ ਮੈਸੇਜ ਤੁਸੀਂ ਸਮਝਦੇ ਹੋ ਕਿ ਗਿਆ? ਦੇਖੋ, ਜਿਹੜਾ ਕਿੱਥੋਂ ਤੱਕ ਸਿਆਸਤਦਾਨਾਂ ਦੀ ਗੱਲ ਹੈ, ਉਹ ਗੱਲ ਤਾਂ ਮੈਂ ਨਹੀਂ ਸੋਚਦਾ ਵੀ ਸਿਆਸਤਦਾਨਾਂ ਨੂੰ ਕੋਈ ਜ਼ਿਆਦਾ ਫਾਇਦਾ, ਕਿਉਂਕਿ ਉਹ ਆਪਦੀ ਸਿਆਸਤ ਦੇ ਤੌਰ ਤੇ ਸਭ ਕੁਝ ਕਰਦੇ ਆ। ਪਰ ਜੇ ਇੱਕ ਆਮ ਲੋਕ ਜੋ ਖਿਡਾਰੀ ਹੈਗੇ, ਜੋ ਆਮ ਲੋਕ ਜਦੋਂ ਕਰਦੇ ਹੈਗੇ ਇਸ ਨੂੰ ਲੈ ਕੇ, ਤਾਂ ਹਿਰਦੇ ਨਾਲ ਕਰਦੇ ਹੈਗੇ, ਅੰਦਰੋਂ ਕਰਦੇ ਹੈਗੇ, ਉਹਨਾਂ ਨੂੰ ਦੁੱਖ ਦਰਦ ਹੈ, ਇਸ ਕਰਕੇ ਉਹਨੂੰ ਇਗਨੋਰ ਕਰਕੇ ਉਸ ਨੂੰ ਅਵਾਰਡ ਨੂੰ ਸਰਕਾਰ ਜੋ ਮਾਨ ਸਨਮਾਨ ਸਮਝ ਦਿੱਤਾ। ਅੱਜ ਮਾਨ ਸਨਮਾਨ ਕੀ ਕਹਿੰਦਾ, ਸਾਡੇ ਜੋ ਦੇਸ਼ ਦੇ ਕਿਸਾਨ ਹੈ ਜਦ ਉਹ ਰੋਲ ਰਿਹਾ ਤਾਂ ਸਾਡਾ ਮਾਨ ਸਨਮਾਨ ਜੋ ਘਰੇ ਪਿਆ ਸਾਨੂੰ ਚੰਗਾ ਨਹੀਂ ਲੱਗਦਾ, ਅਸੀਂ ਆਪਣੇ ਘਰ ਲੰਬਾਰੀਆਂ ਵਿੱਚ ਸ਼ੋਅ ਕੇਸਾਂ ਦੇ ਵਿੱਚੋਂ ਨਹੀਂ ਰੱਖਣਾ ਚਾਹੁੰਦੇ। ਇਹ ਬਹੁਤ ਵੱਡੀ ਇੱਕ ਗੱਲ ਹੁੰਦੀ ਹੈ ਸਰਕਾਰ ਵਾਸਤੇ, ਬਹੁਤ ਵੱਡਾ ਇੱਕ ਧੱਬਾ ਹੁੰਦਾ ਜੀ, ਇਹ ਗੱਲ ਹੁੰਦੀ ਹੈ। ਸੋ ਬਹੁਤ ਵਧੀਆ ਕਰ ਰਹੇ ਆ ਜੋ ਅੱਜ ਦਾ ਜੋ ਕਿਸਾਨੀ ਦੇ ਬਾਰੇ ਜੋ ਸਾਰੇ ਸੋਚ ਰਹੇ ਆ, ਧੰਨਵਾਦ ਕਰਦੇ ਸੀ ਉਹਨਾਂ ਦਾ ਜੀ। ਅੱਛਾ, ਜਾਂਦੇ ਜਾਂਦੇ ਗੋਲੀਵਾਲ ਸਾਹਿਬ, ਆਖਰੀ ਮੈਂ ਇਹੀ ਗੱਲ ਪੁੱਛੂੰਗਾ ਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹ ਫੈਸਲੇ ਕਰ ਰਹੇ ਨੇ, ਇਸ ਮੂਵਮੈਂਟ ਨੂੰ ਪੂਰੀ ਨੂੰ ਅੱਗੇ ਲੈ ਕੇ ਜਾ ਰਹੇ ਨੇ, ਤੇ ਕਿੰਨਾ ਕੁ ਤੁਸੀਂ ਸੰਤੁਸ਼ਟ ਹੋ ਆਪਣੇ ਵੱਡੇ ਲੀਡਰਾਂ ਤੋਂ? ਦੇਖੋ ਜੀ, ਬਹੁਤ ਮੈਂ ਕਹਿੰਦਾ ਵੀ ਉਹਨਾਂ ਦੀ ਸਿਆਣਪ ਦੇ ਨਾਲ
ਜੀ। ਜੋ 2 ਮਹੀਨੇ ਤੋਂ ਤਕਰੀਬਨ ਜਿਹੜਾ ਸੰਘਰਸ਼ ਪਹਿਲਾਂ ਪੰਜਾਬ ਤੋਂ ਵੀ ਸ਼ੁਰੂ ਕੀਤਾ ਔਰ ਸਾਰੀਆਂ ਜਥੇਬੰਦੀਆਂ ਨਾਲ ਮਿਲ ਕੇ ਜੋ ਐਡਾ ਵੱਡਾ ਸੰਘਰਸ਼ ਹੋਣਾ, ਮੇਰੀ ਜ਼ਿੰਦਗੀ ਦੇ ਵਿੱਚ ਮੈਂ ਕਹਿੰਦਾ 30 ਸਾਲ ਦਾ ਤਜਰਬਾ ਮੇਰਾ ਵੀ ਹੈ। ਇਸ ਵਾਰ ਇਸ ਤਰ੍ਹਾਂ ਇੱਕ ਜੁੜਤਾ ਕਰਨੀ ਔਰ ਇੱਕ ਮਿਲ ਕੇ ਚਾਹੇ ਮਿੰਟ ਦੇ ਵਿੱਚ ਜੋ ਤੈਅ ਹੋ ਜਾਂਦਾ ਉਹੀ ਕਰਨਾ, ਇਹ ਸਾਡੀ ਜਿੱਤ ਦਾ ਜਿਹੜਾ ਮੁੱਖ ਕਾਰਨ ਹੈ। ਇਹ ਸਾਨੂੰ ਜਿੱਤ ਵੱਲ ਲਿਜਾ ਰਿਹਾ। ਸਾਡੂ ਆਗੂਆਂ ਦੀ ਜੋ ਜਿਹੜੀ ਹੈਗੀ ਆ ਸਮਝਦਾਰੀ ਹੈਗੀ ਹੈ, ਜੋ ਮਿਲ ਕੇ ਸਭ ਕੁਝ ਕਰ ਰਿਹਾ, ਉਸੇ ਕਰਕੇ ਸਾਡਾ ਜਿਹੜਾ ਜਿੱਤ ਵੱਲ ਅਸੀਂ ਵਧ ਰਹੇ ਹਾਂ। ਕਿਸੇ ਗੱਲ ਦਾ ਸਮਝੌਤਾ ਤਾਂ ਮੰਨ ਲਈਏ ਕਿ ਕਿਸਾਨ ਨਹੀਂ ਕਰਨਗੇ ਸਰਕਾਰ ਦੇ ਨਾਲ, ਕੁਝ ਵੀ ਹੋ ਜੇ ਘੱਟੋ ਘੱਟ ਇਹ ਸਮਝੌਤਾ ਤਾਂ ਨਹੀਂ ਹੋਊਗਾ। ਆਪਣੀ ਡਿਮਾਂਡ ਤੁਸੀਂ ਇਸ ਤੋਂ ਘਟਾਓਗੇ ਤਾਂ ਨਹੀਂ, ਸਿਰਫ ਹਾਂ ਜਾਂ ਨਾ ਹੀ ਪੁੱਛੋਗੇ ਕਿ ਬੰਦ ਰੱਦ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਬਸ? ਇਹ ਤਾਂ ਪਹਿਲੇ ਸਾਡੇ ਆਗੂ ਨੇ ਅੱਜ ਹੀ ਕਿ ਬਾਹਰ ਨਿਕਲੇ ਹੈਗੇ ਵੀ ਸਾਨੂੰ ਇਹਦਾ ਕੋਈ ਫੈਸਲਾ ਦੱਸ ਕੇ ਸਾਨੂੰ ਕਿ ਤੁਸੀਂ ਇਹਦਾ ਕੋਈ ਆਊਗਾ ਤਾਂ ਹੀ ਅਸੀਂ ਮੀਟਿੰਗ ਅਟੈਂਡ ਕਰਾਂਗੇ, ਕਿਉਂਕਿ ਫੈਸਲਾ ਹੀ ਇਹ ਹੈ ਜਦੋਂ ਸੋਧਾਂ ਕਰਨ ਨੂੰ ਤਿਆਰ ਆ। ਸੋਧਾਂ ਦਾ ਮਤਲਬ ਨਹੀਂ, ਜਦੋਂ ਸੋਧਾਂ ਸਾਰੀਆਂ ਹੋ ਜਾਂਦੀਆਂ ਤਾਂ ਫਿਰ ਕਾਨੂੰਨ ਗਿਆ, ਕਾਨੂੰਨ ਰੱਦ ਕਰ ਦੇਣਾ ਚਾਹੀਦਾ। ਸਾਡੀ ਆਖਰੀ ਮੰਗ ਇਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਬਿੰਦਰ ਸਿੰਘ ਗੋਲੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ। ਸੋ ਸਾਡੇ ਦਰਸ਼ਕਾਂ ਸਾਨੂੰ ਸੁਣ ਰਹੇ ਸੀਗੇ ਜੀ ਬਿੰਦਰ ਸਿੰਘ ਗੋਲੇਵਾਲ ਸਾਹਿਬ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਸੀਗੇ। ਤੇ ਸਾਫ਼ ਤੌਰ ਤੇ ਆਖਣਾ ਹੈ ਕਿ ਹੁਣ ਮਨ ਬਣਿਆ ਹੋਇਆ ਤੇ ਜਿਸ ਸਟੈਂਡ ਤੇ ਕਿਸਾਨ ਜਿਸ ਸਟੈਂਡ ਨੂੰ ਲੈ ਕੇ ਚੱਲੇ ਸੀ ਅੱਜ ਤੋਂ 2.5-3 ਮਹੀਨੇ ਪਹਿਲਾਂ, ਉਸੇ ਸਟੈਂਡ ਤੇ ਕਾਇਮ ਨੇ। ਤੇ ਅੱਜ ਸਰਕਾਰਾਂ ਨੂੰ ਵੀ, ਅੱਜ ਕੇਂਦਰੀ ਮੰਤਰੀਆਂ ਨੂੰ ਵੀ ਜਥੇਬੰਦੀਆਂ ਦੇ ਆਗੂਆਂ ਨੇ ਸਾਫ਼ ਤੌਰ ਤੇ ਦੱਸ ਦਿੱਤਾ ਹੈ ਕਿ ਸਾਨੂੰ ਤੁਸੀਂ ਬਾਰ-ਬਾਰ ਮੀਟਿੰਗਾਂ ਦੇ ਲਈ ਨਾ ਸੱਦੋ, ਤੁਸੀਂ ਅਗਲੀ ਮੀਟਿੰਗ ਦੇ ਵਿੱਚ ਆਪਣਾ ਫੈਸਲਾ ਸੁਣਾਓ ਕਿ ਤੁਸੀਂ ਕਾਨੂੰਨ ਰੱਦ ਕਰ ਰਹੇ ਹੋ ਜਾਂ ਫਿਰ ਨਹੀਂ ਕਰ ਰਹੇ। ਸੋ ਸਾਡੇ ਨਾਲ ਇਸ ਵੇਲੇ ਕਾਲਰ ਜੁੜੇ ਨੇ ਜੀ, ਉਹਨਾਂ ਦੀ ਫੋਨ ਕਾਲ ਲੈਂਦੇ ਆ। ਸਵਾਗਤ ਹੈ ਸਰ। ਬਹੁਤ ਰਾਓ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਰਦਾਰ ਪਿਆਰਾ ਸਿੰਘ ਜੀ ਸਵਾਗਤ ਹੈ ਜੀ, ਬਹੁਤ ਬਹੁਤ। ਰਾਓ ਸਾਹਿਬ ਤੁਹਾਡੀ ਮਿਹਨਤ ਸਦਕਾ ਕਿਸਾਨ ਲਗਭਗ ਆਪਣੇ ਟੀਚੇ ਦੇ ਨਜ਼ਦੀਕ ਹਨ ਜੀ। ਜਿਵੇਂ ਸ਼ਾਸਕ ਨੂੰ ਆਪਣੇ ਕਹੇ ਹੋਏ ਬੋਲ ਮੋਦੀ ਹੈ ਤੋਂ ਮੁਮਕਨ ਹੈ ਦੀ ਗੱਲ ਬਦਲਣੀ ਔਖੀ ਹੋਈ ਲੱਗਦੀ ਹੈ। ਬਿਲਕੁਲ। ਬਾਕੀ ਕੋਰਟ ਕੇਲੀ ਵਾਲੇ ਹਾਲਾਤ ਪੈਦਾ ਹੋ ਚੁੱਕੇ ਹਨ। ਵੈਸੇ ਤਾਂ ਜਿਸ ਤਰ੍ਹਾਂ ਬੀਜੇਪੀ ਆਪਣੇ ਹੈੱਡ ਆਫਿਸ ਨਾਗਪੁਰ ਤੋਂ ਵਿੱਚੋਂ ਚੋਣਾਂ ਵਿੱਚ ਹਾਰ ਖਾ ਗਿਆ, ਉਹ ਵੀ ਉਸ ਕਾਂਗਰਸ ਪਾਰਟੀ ਤੋਂ ਜਿਹੜੀ ਖੁਦ ਇੰਡੀਆ ਵਿੱਚ ਖਤਮ ਹੋ ਰਹੀ ਹੈ ਜੀ। ਸੋ ਹੁਣ ਕੱਟੜਵਾਦੀ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਕਿ ਜ਼ੁਲਮ ਦਾ ਅੰਤ ਸ਼ੁਰੂ ਹੋ ਗਿਆ ਹੈ। ਲੱਗਦਾ ਕਿ ਹਿੰਦੂ ਭਗਤਾਂ ਨੂੰ ਵੀ ਸਮਝ ਆਉਣ ਲੱਗ ਪਈ ਹੈ ਕਿ ਹਿੰਦੂ ਰਾਸ਼ਟਰ ਦਾ ਪੱਤਾ ਖਿਲ ਕੇ ਮਨ ਕੀ ਬਾਤ ਹਿੰਦੂਆਂ ਦਾ ਨਹੀਂ, ਕੁਝ ਕੁ ਘਰਾਂ ਦਾ ਭਲਾ ਕਰ ਰਹੀ ਹੈ, ਬਾਕੀ ਦਾ ਨੁਕਸਾਨ ਕਰ ਰਹੀ ਹੈ। ਬਾਕੀ ਜਿੰਨਾ ਨੁਕਸਾਨ ਇਸ ਵੇਲੇ ਮੁਲਕ ਦਾ ਹੋ ਰਿਹਾ ਹੈ, ਉਸ ਹਿੰਦੂ ਰਾਜ ਵਿੱਚ ਹਿੰਦੂ ਜ਼ਿਆਦਾ ਹਨ ਤੇ ਨੁਕਸਾਨ ਵੀ ਉਹਨਾਂ ਦਾ ਹੋਣਾ ਲਾਜ਼ਮੀ ਹੈ ਜੀ। ਬਾਕੀ ਜਿਸ ਤਰੀਕੇ ਨਾਲ ਕਿਸਾਨਾਂ ਨੇ ਪੰਜਾਬੀਆਂ ਸਿੱਖਾਂ ਮੋਰਚੇ ਨੂੰ ਇਸ ਅੰਤ ਤੱਕ ਪਹੁੰਚਾਇਆ ਹੈ, ਉਹ ਜਿਹੜੀ ਵੀ ਉਹਨਾਂ ਨੂੰ ਦੇਸ਼ ਵਿਦੇਸ਼ ਤੋਂ ਸਹਾਨੁਭੂਤੀ ਵੀ ਹਾਸਲ ਕੀਤੀ ਹੈ, ਉਹ ਵਿਸ਼ਵ ਵਿੱਚ ਮਿਸਾਲ ਪੈਦਾ ਕੀਤੀ ਹੈ। ਜਿੱਥੇ ਕਿਧਰੇ ਵੀ ਕਿਸਾਨ ਦਾਤੀ ਬੈਠਾ ਹੈ, ਉਹ ਕੱਲਾ ਹੀ ਵਿਰੋਧ ਪ੍ਰਦਰਸ਼ਨ ਵਿੱਚ ਆਪਣੀ ਹਾਰੀ ਲਗਵਾ ਰਿਹਾ ਹੈ। ਅੱਜ ਫਿਰ ਨਿਊਯਾਰਕ ਵਿੱਚ ਇੰਡੀਅਨ ਐਮਬੈਸੀ ਅੱਗੇ ਇਹਨਾਂ ਦਾ ਬਹੁਤ ਵੱਡਾ ਪਿੱਠ ਸੱਟਾ ਹੋ ਰਿਹਾ ਹੈ। ਅਸੀਂ ਉਸ ਹਰ ਇੱਕ ਦੇ ਧੰਨਵਾਦੀ ਹਾਂ ਜਿਹੜਾ ਇਸ ਸੰਘਰਸ਼ ਵਿੱਚ ਕਿਸੇ ਵੀ ਤਰੀਕੇ ਨਾਲ ਆਪਣਾ ਯੋਗਦਾਨ ਪਾ ਰਿਹਾ ਹੈ। ਅਰਦਾਸ ਕਰਦੇ ਹਾਂ ਕਿ ਸ਼ਾਸਕ 100 ਗੰਢੇ 100 ਜੁੱਤੀਆਂ ਵਾਲੀ ਕਹਾਵਤ ਨੂੰ ਦੂਰ ਕਰਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਆਪਣੇ ਮੁਲਕ ਦਾ ਵਿੱਚ ਫਾਇਦਾ ਕਰੇ। ਧੰਨਵਾਦ। ਨਹੀਂ ਤਾਂ ਨੁਕਸਾਨ ਹੋ ਤੈਅ ਜੀ। ਧੰਨਵਾਦ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਸਰਦਾਰ ਪਿਆਰਾ ਸਿੰਘ ਜੀ ਕਾਲ ਕਰਨ ਦੇ ਲਈ, ਆਪਣੇ ਵਿਚਾਰ ਤੁਸੀਂ ਸਾਂਝੇ ਕੀਤੇ ਸਾਡੇ ਨਾਲ। ਸੋ ਦਰਸ਼ਕੋ, ਜਿਹੜਾ ਵੇਲਾ ਜੀ ਇਸ ਵੇਲੇ ਉਹ ਬ੍ਰੇਕ ਦਾ ਹੋਇਆ ਤੇ ਬ੍ਰੇਕ ਤੋਂ ਬਾਅਦ ਅਸੀਂ ਹੋਰ ਵੀ ਗੱਲਾਂ ਕਰਨੀਆਂ ਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਕਿ ਸਿੱਧਾ ਬ੍ਰੇਕ ਤੋਂ ਬਾਅਦ ਸਿੰਘੂ ਬਾਰਡਰ ਤੇ ਲੈ ਕੇ ਚੱਲੀਏ, ਜਿੱਥੇ ਸਾਡੇ ਸਹਿਯੋਗੀ ਪੱਤਰਕਾਰ ਕੁਲਦੀਪ ਸਿੰਘ ਭੋੜੇ ਲਗਾਤਾਰ ਉੱਥੇ ਬਣੇ ਹੋਏ ਨੇ। ਤੇ ਅਸੀਂ ਉਮੀਦ ਕਰਦੇ ਹਾਂ ਕਿ ਬ੍ਰੇਕ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਉਦੋਂ ਤੱਕ ਸਿੰਘੂ ਬਾਰਡਰ ਤੇ ਵੀ ਵਾਪਸ ਪਹੁੰਚ ਜਾਣਗੇ। ਸੋ ਜਲਦ ਵਾਪਸ ਆਉਂਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।